ਅੱਜ ਉਪਦੇਸ਼ ਸਿਰਲੇਖ ਯਰੂਸ਼ਲਮ ਸਵਰਗੀ ਮਾਤਾ ਨਾਲ ਆਓ ਅਸੀਂ ਇਕੱਠੇ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਅਰੇ ਲੋਕੋ, ਜੇਕਰ ਕੋਈ ਦਾਵਾ ਕਰੇ ਕਿ ਇਸ ਦੁਨੀਆ ਵਿੱਚ ਕੋਈ ਮਾਤਾ ਨਹੀਂ ਹੈ ਤਦ ਲੋਕ ਉਸ ਨੂੰ ਬਹੁਤ ਹੀ ਅਜੀਬ ਵਿਅਕਤੀ ਮੰਨਣਗੇ। ਪਰ ਜੇਕਰ ਕੋਈ ਕਹਿੰਦਾ ਹੈ ਆਤਮਿਕ ਦੁਨੀਆ ਵਿੱਚ ਮਾਤਾ ਪਰਮੇਸ਼ਰ ਹਨ ਤਦ ਉਸ ਨੂੰ ਇੱਕ ਬਹੁਤ ਹੀ ਅਜੀਬ ਵਿਅਕਤੀ ਮੰਨਿਆ ਜਾਂਦਾ ਹੈ। ਇੱਕ ਅਜੀਬ ਸਿਧਾਂਤ ਉੱਤੇ ਵਿਸ਼ਵਾਸ ਕਰਨ ਲਈ ਉਸ ਦੀ ਉਲੰਘਣਾ ਕੀਤੀ ਜਾਂਦੀ ਹੈ ਕਿ ਇਹ ਵਿਅੰਗਾਤਮਕ ਨਹੀਂ ਹੈ। ਅਗਰ ਕੋਈ ਵਿਅਕਤੀ ਭਾਸ਼ਣ ਦਿੰਦਾ ਹੈ ਅਤੇ ਕਹਿੰਦਾ ਹੈ ਇਸ ਦੁਨੀਆ ਵਿੱਚ ਮਾਤਾਵਾਂ ਨਹੀਂ ਹਨ ਤਦ ਸਰੋਤੇ ਉਸ ਲੈਕਚਰਰ ਬਾਰੇ ਕੀ ਸੋਚਣਗੇ? ਸੋਚਣਗੇ ਕਿ ਉਸ ਦੇ ਨਾਲ ਕੁਝ ਗੜਬੜ ਹੈ ਅਤੇ ਇਹ ਕਿ ਉਸ ਦਾ ਭਾਸ਼ਣ ਸੁਣਨ ਲਾਇਕ ਨਹੀਂ ਹੈ। ਕੋਈ ਕਹਿੰਦਾ ਹੈ ਇੱਕ ਪਰਿਵਾਰ ਵਿੱਚ ਮਾਤਾ ਨਹੀਂ ਹੁੰਦੀ ਤਦ ਇਹ ਦੁਨੀਆ ਜੋ ਸਵਰਗੀ ਦੁਨੀਆ ਦਾ ਨਮੂਨਾ ਅਤੇ ਪਰਛਾਵਾਂ ਹੈ ਇਸ ਗੱਲ ਨੂੰ ਅਜੀਬ ਮੰਨਦੀ ਹੈ। ਪਰ ਜੇਕਰ ਅਸੀਂ ਕਹੀਏ ਸਵਰਗ ਦੇ ਰਾਜ ਵਿੱਚ ਜੋ ਅਸਲੀਅਤ ਹੈ ਮਾਤਾ ਪਰਮੇਸ਼ਰ ਮੌਜੂਦ ਹੈ ਤਦ ਇਹ ਦੁਨੀਆ ਕਹਿੰਦੀ ਹੈ ਕਿ ਇਹ ਅਜੀਬ ਹੈ। ਇਹ ਬਹੁਤ ਹੀ ਹੈਰਾਨੀਜਨਕ ਹੈ। ਇਸ ਧਰਤੀ ਉੱਤੇ ਮਾਤਾਵਾਂ ਦਾ ਮੌਜੂਦ ਹੋਣਾ ਚਾਹੀਦਾ ਹੈ ਅਤੇ ਸਵਰਗੀ ਮਾਤਾ ਦਾ ਵੀ ਸਵਰਗ ਦੇ ਰਾਜ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਸਵਰਗੀ ਮਾਤਾ ਸਾਡੀ ਆਤਮਾਵਾਂ ਦੀ ਮੁਕਤੀ ਦਾਤਾ ਹੈ ਜੋ ਬਿਨਾਂ ਇਹ ਜਾਣੇ ਕਿ ਕਿਸ ਰਸਤੇ ਉੱਤੇ ਜਾਣਾ ਹੈ ਇੱਧਰ ਉੱਧਰ ਭਟਕ ਰਹੀ ਹੈ। ਉਹ ਸਾਡੀ ਸਦੀਪਕ ਸਵਰਗ ਦੇ ਰਾਜ ਵਿੱਚ ਅਗਵਾਈ ਕਰਦੀ ਹੈ। ਪਰ ਇਹ ਅਜੀਬ ਹੈ ਕਿ ਕਈ ਚਰਚ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਆਤਮਿਕ ਦੁਨੀਆ ਵਿੱਚ ਮਾਤਾ ਪਰਮੇਸ਼ਰ ਦਾ ਮੌਜੂਦ ਨਹੀਂ ਹੈ। ਵਿਅੰਗਾਤਮਕ ਢੰਗ ਨਾਲ ਉਹਨਾਂ ਚਰਚਾਂ ਨੂੰ ਪ੍ਰਮਾਣਿਕ ਚਰਚਾ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਉਹਨਾਂ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਨੂੰ ਸੱਚਾਈ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਤਦ ਬਾਈਬਲ ਸਾਨੂੰ ਇਹਨਾਂ ਮਾਮਲਿਆਂ ਬਾਰੇ ਕੀ ਸਿਖਾਉਂਦੀ ਹੈ ਕਿ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕਿਸ ਦੇ ਸਿਧਾਂਤ ਸਹੀ ਹਨ ਅਤੇ ਕਿਸ ਦੇ ਸਿਧਾਂਤ ਗਲਤ ਹਨ। ਮਤੀ ਅਧਿਆਇ 7 ਉੱਤੇ ਇੱਕ ਨਜ਼ਰ ਪਾਈਏ ਕਿ ਯੀਸ਼ੂ ਨੇ ਇਹ ਨਹੀਂ ਕਿਹਾ ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਫਿਰ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਇਹ ਪਿਤਾ ਦੀ ਇੱਛਾ ਹੈ ਕਿ ਮਾਤਾ ਪਰਮੇਸ਼ਰ ਮੌਜੂਦ ਹੈ ਜਾਂ ਕਿ ਇਹ ਪਿਤਾ ਦੀ ਇੱਛਾ ਹੈ ਕਿ ਮਾਤਾ ਪਰਮੇਸ਼ਰ ਦਾ ਮੌਜੂਦ ਨਹੀਂ ਹੈ, ਹੈ ਨਾ? ਇਸ ਲਈ ਅੱਜ ਦੇ ਉਪਦੇਸ਼ ਦਾ ਸਿਰਲੇਖ ਹੈ ਯਰੂਸ਼ਲਮ ਸਵਰਗੀ ਮਾਤਾ ਜੀ। ਸਵਰਗੀ ਮਾਤਾ ਜੀ ਦਾ ਦੂਸਰਾ ਨਾਮ ਯਰੂਸ਼ਲਮ ਹੈ। ਬਾਈਬਲ ਦੇ ਅਨੁਸਾਰ ਪਰਮੇਸ਼ਰ ਨੇ ਮਨੁੱਖ ਜਾਤੀ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਵਾਅਦਾ ਕੀਤਾ ਹੈ ਜੋ ਉਹਨਾਂ ਨੂੰ ਸਵਰਗ ਵਿੱਚ ਪ੍ਰਵੇਸ਼ ਕਰਨ ਵਿੱਚ ਸਫਲ ਬਣਾਉਂਦਾ ਹੈ। ਇਸ ਲਈ ਬਾਈਬਲ ਸਾਨੂੰ ਜੋ ਸੱਚਾਈ ਵਿੱਚ ਹਨ ਵਾਅਦੇ ਦੀ ਸੰਤਾਨ ਦੇ ਰੂਪ ਵਿੱਚ ਵਰਣਨ ਕਰਦੀ ਹੈ ਜੋ ਸਹੀ ਢੰਗ ਨਾਲ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ। ਆਓ ਅਸੀਂ ਗਲਾਤੀਆ ਅਧਿਆਇ 4 ਵਚਨ 28 ਵਿੱਚ ਜਾ ਕੇ ਇਸ ਦੀ ਪੁਸ਼ਟੀ ਕਰੀਏ। ਗਲਾਤੀਆ ਅਧਿਆਇ 4 ਵਚਨ 28 ਵਿੱਚ ਲਿਖਿਆ ਹੈ, ਪਰ ਹੇ ਭਰਾਵੋ ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਇੱਥੇ ਜਿਸ ਮਹੱਤਵਪੂਰਨ ਹਿੱਸੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਹੈ ਵਾਅਦਾ। ਸਾਨੂੰ ਕਿਹੜਾ ਵਾਅਦਾ ਦਿੱਤਾ ਗਿਆ ਹੈ ਜੋ ਸਾਨੂੰ ਵਾਅਦੇ ਦੀਆਂ ਸੰਤਾਨਾਂ ਕਹਿਲਾਉਣ ਦਿੰਦਾ ਹੈ? ਆਓ ਅਸੀਂ ਇਹ ਦੇਖਣ ਲਈ ਕਿ ਪਰਮੇਸ਼ਰ ਨੇ ਸਾਡੇ ਨਾਲ ਕੀ ਵਾਅਦਾ ਕੀਤਾ ਹੈ। ਪਹਿਲਾ ਯਹੂਨਾ ਅਧਿਆਇ 2 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 2 ਵਚਨ 25 ਅਤੇ ਇੱਥੇ ਉਹ ਵਾਅਦਾ ਹੈ, ਇੱਥੇ ਉਹਨੇ ਪਰਮੇਸ਼ਰ ਨੂੰ ਸੰਕੇਤ ਕਰਦਾ ਹੈ ਨਾ, ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ ਸੀ। ਉਹ ਕੀ ਹੈ? ਅਰਥਾਤ ਸਦੀਪਕ ਜੀਵਨ। ਬਾਈਬਲ ਸਾਨੂੰ ਵਾਅਦੇ ਦੀ ਸੰਤਾਨ ਕਹਿੰਦੀ ਹੈ। ਪਹਿਲਾ ਯਹੂਨਾ ਅਧਿਆਇ 2 ਵਿੱਚ ਉਹ ਵਾਅਦਾ ਜੋ ਪਰਮੇਸ਼ਰ ਨੇ ਵਾਅਦੇ ਦੀ ਸੰਤਾਨ ਨੂੰ ਦਿੱਤਾ ਹੈ ਸਦੀਪਕ ਜੀਵਨ ਹੈ। ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਜਿਨ੍ਹਾਂ ਨੇ ਪਰਮੇਸ਼ਰ ਤੋਂ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕੀਤਾ ਹੈ। ਫਿਰ ਸਾਨੂੰ ਆਪਣਾ ਧਿਆਨ ਸਦੀਪਕ ਜੀਵਨ ਉੱਤੇ ਕੇਂਦਰਿਤ ਕਰਨ ਅਤੇ ਇਸ ਨੂੰ ਪ੍ਰਾਪਤ ਕਰਨ ਬਾਰੇ ਸੋਚਣ ਦੀ ਜ਼ਰੂਰਤ ਹੈ। ਇਸ ਧਰਤੀ ਉੱਤੇ ਸਾਡੇ ਸਰੀਰਕ ਜੀਵਨ ਦੁਆਰਾ ਅਸੀਂ ਆਪਣੇ ਆਤਮਿਕ ਜੀਵਨ ਬਾਰੇ ਸਮਝ ਸਕਦੇ ਹਾਂ ਅਤੇ ਸੋਚ ਸਕਦੇ ਹਾਂ ਕਿ ਸਾਨੂੰ ਸਦੀਪਕ ਜੀਵਨ ਕਿਵੇਂ ਦਿੱਤਾ ਜਾਵੇਗਾ। ਪ੍ਰਕਾਸ਼ ਦੀ ਪੋਥੀ ਅਧਿਆਇ 4 ਵਚਨ 11 ਦੇਖੀਏ। 4 ਵਚਨ 11 ਵਿੱਚ ਲਿਖਿਆ ਹੈ, ਹੇ ਸਾਡੇ ਪ੍ਰਭੂ ਅਤੇ ਪਰਮੇਸ਼ਵਰ, ਤੂੰ ਮਹਿਮਾ, ਮਾਨ ਅਤੇ ਸਮਰੱਥਾ ਲੈਣ ਦੇ ਯੋਗ ਹੈ। ਪਰਮੇਸ਼ਵਰ ਨੇ ਕੀ ਕੀਤਾ? ਤੈਂ ਜੋ ਸਾਰੀਆਂ ਵਸਤਾਂ ਰਚੀਆਂ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਨੇ ਸਾਰੀਆਂ ਵਸਤਾਂ ਰਚੀਆਂ ਅਤੇ ਸਾਰੀਆਂ ਵਸਤਾਂ ਕਿਸ ਦੀ ਇੱਛਾ ਨਾਲ ਰਚੀਆਂ ਗਈਆਂ? ਉਹ ਤੇਰੀ ਹੀ ਇੱਛਾ ਨਾਲ ਹੋਇਆ, ਮਤਲਬ ਪਰਮੇਸ਼ਰ ਦੀ ਇੱਛਾ ਨਾਲ ਸੀ ਅਤੇ ਰਚੀਆਂ ਗਈਆਂ। ਇਹ ਹਿੱਸਾ ਮਹੱਤਵਪੂਰਨ ਹੈ।
중요한 대목입니다. ਪਰਮੇਸ਼ਰ ਨੇ ਸਭ ਕੁਝ ਬਣਾਇਆ ਜੋ ਧਰਤੀ ਉੱਤੇ ਹੈ। 여러 만물들을 창조했습니다. ਪਰਮੇਸ਼ਰ ਨੇ ਸਾਰੇ ਫਲਾਂ ਅਤੇ ਪੌਦਿਆਂ ਨੂੰ ਬਣਾਇਆ। ਉਹਨਾਂ ਨੇ ਧਰਤੀ ਉੱਤੇ ਸਭ ਪ੍ਰਕਾਰ ਦੇ ਪਸ਼ੂਆਂ, 하늘을 ਆਕਾਸ਼ ਦੇ ਪੰਛੀਆਂ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ ਬਣਾਇਆ। ਉਹਨਾਂ ਨੇ ਪਹਾੜਾਂ, ਖੇਤਾਂ ਅਤੇ ਸਾਰੇ ਪਰਬਤਾਂ ਨੂੰ ਵੀ ਬਣਾਇਆ। 각양각색 ਇਸ ਗਲੋਬਲ ਪਿੰਡ ਵਿੱਚ ਜੀਵਨ ਦੇ ਮੌਜੂਦ ਲਈ ਪਰਮੇਸ਼ਰ ਨੇ ਇਸ ਤਰ੍ਹਾਂ ਦੇ ਹਾਲਾਤ ਬਣਾਏ। 다 창조해 놓으셨습니다. ਬਾਈਬਲ ਦੇ ਅਨੁਸਾਰ ਜਦੋਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ ਤਦ ਉਹਨਾਂ ਦੀ ਰਚਨਾ ਵਿੱਚ ਉਹਨਾਂ ਦਾ ਉਦੇਸ਼ ਅਤੇ ਇੱਛਾ ਸਪਸ਼ਟ ਰੂਪ ਨਾਲ ਸ਼ਾਮਲ ਸੀ। ਸਿੱਧੇ ਸ਼ਬਦਾਂ ਵਿੱਚ ਕਹੀਏ ਤਦ ਪਰਮੇਸ਼ਰ ਦੀ ਇੱਛਾ ਦੇ ਬਿਨਾਂ ਕੁਝ ਵੀ ਨਹੀਂ ਬਣਾਇਆ ਗਿਆ ਸੀ, ਹੈ ਨਾ? ਫਿਰ ਤੁਹਾਡੇ ਸਾਰਿਆਂ ਦੇ ਬਾਰੇ ਕੀ ਜੋ ਅੱਜ ਇੱਥੇ ਹਨ, ਕਿ ਕੋਈ ਹੈ ਜੋ ਪਰਮੇਸ਼ਰ ਦੀ ਇੱਛਾ ਦੇ ਬਿਨਾਂ ਬਣਾਇਆ ਗਿਆ ਸੀ? ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਇਸ ਲਈ ਬਣਾਇਆ ਤਾਂ ਜੋ ਅਸੀਂ ਸਰੀਰ ਦੇ ਅੰਗਾਂ ਦੀ ਹਰ ਇੱਕ ਭੂਮਿਕਾ, ਨੱਕ ਦੀ ਭੂਮਿਕਾ, ਕੰਨ ਦੀ ਭੂਮਿਕਾ ਅਤੇ ਮੂੰਹ ਦੀ ਭੂਮਿਕਾ ਨੂੰ ਪੂਰਾ ਕਰ ਸਕੀਏ। ਸੜਕ ਦੇ ਕੰਢੇ ਇੱਕ ਪੱਥਰ ਸੁੱਟਿਆ ਜਾਣਾ ਜਾਂ ਉੱਥੇ ਲੱਕੜੀ ਦਾ ਇੱਕ ਟੁਕੜਾ ਰੱਖਿਆ ਜਾਣ ਦਾ ਇੱਕ ਕਾਰਨ ਹੈ। 그 자리에 ਉਹਨਾਂ ਦੇ ਇੱਕ ਖਾਸ ਸਮੇਂ ਉੱਤੇ ਇੱਕ ਖਾਸ ਜਗ੍ਹਾ ਉੱਤੇ ਹੋਣ ਦਾ ਇੱਕ ਕਾਰਨ ਹੈ। ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਕੁਝ ਵੀ ਵਿਅਰਥ ਨਹੀਂ ਬਣਾਇਆ ਗਿਆ ਅਤੇ ਨਾ ਹੀ ਉਸ ਨੂੰ ਬੇਕਾਰ ਸਮਝਿਆ ਜਾਣਾ ਹੈ। 하나님께서 ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ 이 모든 ਕਿ ਜੋ ਕੁਝ ਵੀ ਬਣਾਇਆ ਗਿਆ ਹੈ ਉਹ ਪਰਮੇਸ਼ਰ ਦੀ ਸ੍ਰਿਸ਼ਟੀ ਦੇ ਕੰਮ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 이렇게 명심하셔야 되겠습니다. ਫਿਰ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਉਹਨਾਂ ਨੇ ਕਿਸ ਨੂੰ ਬਣਾਇਆ ਜੋ ਜੀਵਨ ਦਿੰਦਾ ਹੈ ਅਤੇ ਵਧਨ ਦਿੰਦਾ ਹੈ। 만들어 놓으셨는가? ਜਦੋਂ ਅਸੀਂ ਇਸ ਮਾਮਲੇ ਉੱਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਸਿਰਫ ਉਦੋਂ ਅਸੀਂ ਪਰਮੇਸ਼ਰ ਦੀ ਸੱਚੀ ਇੱਛਾ ਨੂੰ ਲੱਭ ਸਕਦੇ ਹਾਂ। ਜੇਕਰ ਤੁਸੀਂ ਹੋਰ ਚਰਚਾ ਅਤੇ ਧਾਰਮਿਕ ਸੰਸਥਾਵਾਂ ਵਿੱਚ ਜਾਂਦੇ ਹੋ ਤਦ ਤੁਸੀਂ ਉਹਨਾਂ ਨੂੰ ਸਦੀਪਕ ਜੀਵਨ ਬਾਰੇ ਗੱਲ ਕਰਦੇ ਹੋਏ ਸੁਣੋਗੇ। ਉਹ ਇਹ ਨਹੀਂ ਸਿਖਾਉਂਦੇ ਕਿ ਸਦੀਪਕ ਜੀਵਨ ਕਿਵੇਂ ਪ੍ਰਾਪਤ ਕਰਨਾ ਹੈ ਅਤੇ ਇਸ ਨੂੰ ਦੇਣ ਵਾਲਾ ਕੌਣ ਹੈ। ਉਹ ਸਪਸ਼ਟ ਰੂਪ ਨਾਲ ਕਹਿੰਦੇ ਹਨ ਕਿ ਜੇਕਰ ਤੁਸੀਂ ਚਰਚ ਜਾਂਦੇ ਹੋ, ਪ੍ਰਾਰਥਨਾ ਕਰਦੇ ਹੋ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋ ਤਾਂ ਤੁਸੀਂ ਆਸਾਨੀ ਨਾਲ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹੋ। ਪਰ ਪਰਮੇਸ਼ਰ ਸਾਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਦੇ ਹਨ 반드시 ਕਿ ਅਸੀਂ ਸਿਰਫ ਸਵਰਗੀ ਮਾਤਾ ਦੁਆਰਾ ਹੀ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ। 깨우쳐주고 ਕਿ ਇਸ ਧਰਤੀ ਉੱਤੇ ਕੋਈ ਜਿਉਂਦਾ ਪ੍ਰਾਣੀ ਹੈ ਜਿਸ ਨੂੰ ਬਿਨਾਂ ਮਾਤਾ ਦੇ ਜੀਵਨ ਦਿੱਤਾ ਗਿਆ ਹੈ? ਅਜਿਹਾ ਕੋਈ ਵੀ ਨਹੀਂ ਹੈ। 있습니다. ਸਾਰੇ ਲੋਕੋ, ਆਓ ਅਸੀਂ ਇੱਕ ਮੇਫਲਾਈ ਬਾਰੇ ਸੋਚੀਏ, ਕਿਉਂਕਿ ਮੇਫਲਾਈ ਲਗਭਗ ਇੱਕ ਦਿਨ ਲਈ ਜਿਉਂਦੀ ਰਹਿੰਦੀ ਹੈ ਅਤੇ ਫਿਰ ਮਰ ਜਾਂਦੀ ਹੈ। ਇਸ ਲਈ ਇਸ ਨੂੰ ਡੇ ਫਲਾਈ ਵੀ ਕਿਹਾ ਜਾਂਦਾ ਹੈ। ਬੇਸ਼ੱਕ 2 ਜਾਂ 3 ਦਿਨ ਜਿਉਂਦੇ ਰਹਿਣ ਵਾਲੀ ਮੇਫਲਾਈ ਵੀ ਹੋ ਸਕਦੀ ਹੈ, ਪਰ ਆਮ ਤੌਰ ਤੇ ਉਹਨਾਂ ਦਾ ਜੀਵਨ ਕਾਲ ਬਹੁਤ ਘੱਟ ਹੁੰਦਾ ਹੈ। ਮੇਫਲਾਈ ਸਿਰਫ ਇੱਕ ਦਿਨ ਤੱਕ ਕਿਉਂ ਜਿਉਂਦੀ ਰਹਿੰਦੀ ਹੈ? ਕਿਉਂਕਿ ਮੇਫਲਾਈ ਆਪਣੀ ਮਾਤਾ ਤੋਂ ਜੋ ਕੇਵਲ ਇੱਕ ਦਿਨ ਜਿਉਂਦੀ ਰਹਿੰਦੀ ਹੈ ਆਪਣਾ ਜੀਵਨ ਵਿਰਾਸਤ ਵਿੱਚ ਲੈਂਦੀ ਹੈ। ਇਸ ਲਈ ਉਹ ਸਿਰਫ ਇੱਕ ਦਿਨ ਜੀ ਸਕਦੀ ਹੈ। ਉਹ 1 ਸਾਲ ਜਾਂ 1 ਮਹੀਨੇ ਤੱਕ ਵੀ ਨਹੀਂ ਜੀ ਸਕਦੇ। ਇਹ ਹੈਰਾਨੀਜਨਕ ਨਹੀਂ ਹੈ? ਇਹਨਾਂ ਸਾਰਿਆਂ ਵਿੱਚ ਕਿਸ ਦੀ ਇੱਛਾ ਸ਼ਾਮਿਲ ਹੈ? 하나님께서 ਪਰਮੇਸ਼ਰ ਨੇ ਆਪਣੀ ਇੱਛਾ ਦੇ ਅਨੁਸਾਰ ਸਭ ਕੁਝ ਬਣਾਇਆ। ਜਦੋਂ ਅਸੀਂ ਸ਼ਾਰੀਰਿਕ ਦੁਨੀਆ ਨੂੰ ਦੇਖਦੇ ਹਾਂ ਤਦ ਅਸੀਂ ਆਪਣੀਆਂ ਮਾਤਾਵਾਂ ਤੋਂ ਜੀਵਨ ਪ੍ਰਾਪਤ ਕਰਦੇ ਹਾਂ ਜੋ ਜੀਵਨ ਦੇਣ ਅਤੇ ਸਾਂਝਾ ਕਰਨ ਦੀ ਭੂਮਿਕਾ ਨਿਭਾਉਂਦੀ ਹੈ। 제가 ਹਾਲ ਹੀ ਵਿੱਚ ਮੈਂ ਕਿਸੇ ਕੰਮ ਲਈ ਸਵਰਗੀ ਮਾਤਾ ਨਾਲ ਗਿਆ ਸੀ। ਤੇ ਗੱਡੀਆਂ ਖੜੀਆਂ ਸੀ। ਉੱਥੇ ਇੱਕ ਬਹੁਤ ਵੱਡਾ ਦਰਖਤ ਸੀ। 나무가 있더라고요. ਲੋਕ ਕਹਿੰਦੇ ਹਨ ਕਿ ਉਹ ਦਰਖਤ ਇੱਕ ਅਜਿਹੀ ਪ੍ਰਜਾਤੀ ਦਾ ਹੈ ਜਿਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਇੱਕ ਨਾਮ ਟੈਗ ਤੋਂ ਪਤਾ ਲੱਗਿਆ ਕਿ ਦਰਖਤ 560 ਸਾਲ ਪੁਰਾਣਾ ਹੈ। ਇਹ ਦਰਖਤ ਮਨੁੱਖ ਤੋਂ 5 ਜਾਂ 6 ਗੁਣਾ ਜ਼ਿਆਦਾ ਕਿਵੇਂ ਜੀ ਸਕਦਾ ਹੈ? ਜਿਸ ਪਲ ਮੈਂ ਉਸ ਦੀ ਉਮਰ ਬਾਰੇ ਪੜ੍ਹਿਆ ਮੈਂ ਸੋਚਿਆ ਕਿ ਦਰਖਤ ਨੇ ਆਪਣੀ ਮਾਤਾ ਤੋਂ ਲੰਬਾ ਜੀਵਨ ਕਾਲ ਪ੍ਰਾਪਤ ਕੀਤਾ ਹੈ। 나무에 ਕਿ ਇਹ ਕਾਰਨ ਨਹੀਂ ਕਿ ਉਹ ਕਿੰਨੇ ਲੰਬੇ ਸਮੇਂ ਤੱਕ ਜੀ ਸਕਦਾ ਹੈ। ਇਸ ਧਰਤੀ ਉੱਤੇ ਭਾਵੇਂ ਉਹ ਸੰਸਾਰ ਦੀ ਦੁਨੀਆ ਹੋਵੇ ਜਾਂ ਦਰਖਤਾਂ ਦੀ ਦੁਨੀਆ, ਪਰਮੇਸ਼ਰ ਨੇ ਜੀਵਨ ਨੂੰ ਮਾਤਾਵਾਂ ਦੁਆਰਾ ਪ੍ਰਾਪਤ ਕਰਨ ਦਿੱਤਾ ਹੈ। ਇਸ ਵਿੱਚ ਪਰਮੇਸ਼ਰ ਦੀ ਇੱਛਾ ਕੀ ਹੈ? ਇੱਕ ਵਾਰ ਮੇਰੇ ਮਨ ਵਿੱਚ ਇੱਕ ਉਤਸੁਕ ਸਵਾਲ ਸੀ ਕਿ ਕੋਈ ਪਿਤਾ ਬਿਨਾਂ ਮਾਤਾ ਦੇ ਬੱਚੇ ਨੂੰ ਜਨਮ ਨਹੀਂ ਦੇ ਸਕਦਾ। 자식을 ਸਰਵਸ਼ਕਤੀਮਾਨ ਪਰਮੇਸ਼ਰ ਨੇ ਇੱਕ ਪਿਤਾ ਨੂੰ ਬੱਚੇ ਨੂੰ ਜਨਮ ਦੇਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ? ਕਿ ਅਜਿਹਾ ਹੈ ਕਿ ਪਰਮੇਸ਼ਰ ਅਜਿਹਾ ਕਰਨ ਵਿੱਚ ਅਯੋਗ ਸੀ, ਇਸ ਲਈ ਉਹਨਾਂ ਨੇ ਅਜਿਹਾ ਬਣਾਇਆ ਕਿ ਇੱਕ ਮਾਤਾ ਦੁਆਰਾ ਜੀਵਨ ਦਿੱਤਾ ਜਾਏ। ਸਰਵਸ਼ਕਤੀਮਾਨ ਪਰਮੇਸ਼ਰ ਕੋਲ ਸਭ ਕੁਝ ਕਰਨ ਦੀ ਸ਼ਕਤੀ ਹੈ। ਉਹ ਜਿਉਂਦੇ ਪ੍ਰਾਣੀਆਂ ਨੂੰ ਸਿਰਫ ਉਹਨਾਂ ਦੀਆਂ ਮਾਤਾਵਾਂ ਤੋਂ ਹੀ ਜੀਵਨ ਪ੍ਰਾਪਤ ਕਰਨ ਕਿਉਂ ਦਿੰਦੇ ਹਨ? 주께서 ਪਰਮੇਸ਼ਰ ਨੇ ਇਸ ਨੂੰ ਬਣਾਇਆ, ਪਰਮੇਸ਼ਰ ਨੇ ਇਸ ਦੀ ਯੋਜਨਾ ਬਣਾਈ, ਪਰਮੇਸ਼ਰ ਨੇ ਸਭ ਕੁਝ ਕੀਤਾ। 주께서 ਪਰਮੇਸ਼ਰ ਦੀ ਇੱਛਾ ਅਨੁਸਾਰ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਅਤੇ ਰਚੀਆਂ ਗਈਆਂ ਹਨ। 지어졌더라. ਬਾਈਬਲ ਸਾਨੂੰ ਇਹ ਸਿਖਾਉਂਦੀ ਹੈ। 우리에게 가르치고 있습니다. ਫਿਰ 그렇다면 ਸਾਡੇ ਸਵਰਗੀ ਪਿਤਾ ਦੀ ਇੱਛਾ ਕੀ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਸਾਰਾ 탄생 ਜੀਵਨ ਬਣਾਇਆ? 어머니를 통해서 ਜੀਵਨ ਪਿਤਾ ਦੀ ਬਜਾਏ ਮਾਤਾਵਾਂ ਦੁਆਰਾ ਕਿਉਂ ਵਿਰਾਸਤ ਵਿੱਚ ਦਿੱਤਾ ਜਾਂਦਾ ਹੈ?
아버지의 어떤 뜻이 계실까 말이에요. ਇਬਰਾਨੀਆਂ ਅਧਿਆਇ 8 ਅਨੁਸਾਰ ਸੰਸਾਰਿਕ ਵਿਵਸਥਾਵਾਂ 세상에 있는 ਸਵਰਗੀ ਚੀਜ਼ਾਂ ਦਾ ਇੱਕ ਨਮੂਨਾ ਤੇ ਪਰਛਾਵਾਂ ਹੈ। 제사장이요, 그림자들입니다. ਸਾਨੂੰ ਵਾਅਦੇ ਦੀ ਸੰਤਾਨ ਦਾ ਅਹੁਦਾ ਦਿੱਤਾ ਗਿਆ ਹੈ। ਅਹੁਦੇ ਦੀ ਸੰਤਾਨ ਨੂੰ ਪਰਮੇਸ਼ਰ ਨੇ ਜੋ ਵਾਅਦਾ ਦਿੱਤਾ ਹੈ ਉਹ ਸਦੀਪਕ ਜੀਵਨ ਹੈ। 즉 영생이라고 하시니까 ਇਸ ਵਜ੍ਹਾ ਨਾਲ ਸਾਨੂੰ ਸਦੀਪਕ ਜੀਵਨ ਬਾਰੇ ਚਰਚਾ ਕਰਨ ਦੀ ਜ਼ਰੂਰਤ ਹੈ। ਅਸੀਂ ਕਹਿ ਸਕਦੇ ਹਾਂ ਕਿ ਮਾਤਾਵਾਂ ਦੇ ਬਿਨਾਂ ਦੁਨੀਆ ਜੀਵਨ ਰਹਿਤ ਦੁਨੀਆ ਹੈ। ਕੀ ਇਹ ਸਹੀ ਨਹੀਂ ਹੈ? 맞습니까? ਮਾਤਾ ਤੋਂ ਬਿਨਾਂ ਦੁਨੀਆ ਮੌਤ ਦੀ ਦੁਨੀਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਜਿਹੀ ਦੁਨੀਆ ਵਿੱਚ ਜੀਵਨ ਮੌਜੂਦ ਨਹੀਂ ਹੋ ਸਕਦਾ। ਫਿਰ ਪਰਮੇਸ਼ਵਰ ਨੇ ਇਸ ਨੂੰ ਇਸ ਤਰ੍ਹਾਂ ਕਿਉਂ ਬਣਾਇਆ? ਪਰਮੇਸ਼ਵਰ ਨੇ ਮੂਸਾ ਨੂੰ ਅਧਿਕ ਸਵਰਗੀ ਮੰਦਿਰ ਦਿਖਾਇਆ ਅਤੇ ਉਸ ਨੂੰ ਧਰਤੀ ਉੱਤੇ ਇੱਕ ਨਮੂਨੇ ਦੇ ਰੂਪ ਵਜੋਂ ਸੰਸਾਰਿਕ ਮੰਦਿਰ ਬਣਾਉਣ ਦਾ ਹੁਕਮ ਦਿੱਤਾ। ਇਸ ਤਰ੍ਹਾਂ ਪਰਮੇਸ਼ਵਰ ਇਸ ਭੌਤਿਕ ਦੁਨੀਆ ਵਿੱਚ ਸੰਸਾਰਿਕ ਪਰਿਵਾਰ ਦੀ ਰਚਨਾ ਕਰਕੇ ਸਾਰੀ ਮਨੁੱਖ ਜਾਤੀ ਨੂੰ ਸਵਰਗੀ ਪਰਿਵਾਰ ਬਾਰੇ ਵੀ ਦੱਸਣਾ ਚਾਹੁੰਦੇ ਸੀ। ਮਨੁੱਖ ਜਾਤੀ ਲਈ ਸਦੀਪਕ ਜੀਵਨ ਦਾ ਵਾਅਦਾ ਪ੍ਰਾਪਤ ਕਰਨ ਅਤੇ ਵਾਅਦੇ ਦੀ ਸੰਤਾਨ ਬਣਨ ਲਈ ਸਾਡੇ ਕੋਲ ਕੌਣ ਹੋਣਾ ਚਾਹੀਦਾ ਹੈ? ਨੂੰ ਇਹ ਸਿਖਾਉਣ ਲਈ ਕਿ ਸਾਡੀ ਸਵਰਗੀ ਮਾਤਾ ਦੇ ਮੌਜੂਦ ਦੇ ਬਿਨਾਂ ਸਦੀਪਕ ਜੀਵਨ ਕਦੇ ਵੀ ਮੌਜੂਦ ਨਹੀਂ ਹੋ ਸਕਦਾ। ਅਸਲ ਵਿੱਚ ਪਰਮੇਸ਼ਵਰ ਦਾ ਅਧਿਕ ਪ੍ਰਬੰਧ ਸੀ। ਫਿਰ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਆਤਮਿਕ ਦੁਨੀਆ ਵਿੱਚ ਆਤਮਿਕ ਮਾਤਾ ਦਾ ਮੌਜੂਦ ਹੈ ਜਾਂ ਨਹੀਂ। 볼 필요가 있지 않습니까? ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹੋ? 믿으십니까? ਅਸੀਂ ਮੇਫਲਾਈ ਦੇ ਮਾਮਲੇ ਬਾਰੇ ਸੋਚੀਏ। ਫਲਾਈ ਸਿਰਫ ਇੱਕ ਦਿਨ ਲਈ ਜਿਉਂਦੀ ਰਹਿੰਦੀ ਹੈ। 산다고 했지 않습니까? ਇੱਕ ਹੋਰ ਉਦਾਹਰਨ ਦੇ ਰੂਪ ਵਿੱਚ ਆਓ ਉਹਨਾਂ ਕੁੱਤਿਆਂ ਨੂੰ ਦੇਖੀਏ ਜਿਨ੍ਹਾਂ ਨੂੰ ਲੋਕ ਆਪਣੇ ਘਰਾਂ ਵਿੱਚ ਪਾਲਦੇ ਹਨ। ਲੋਕ ਕਹਿੰਦੇ ਹਨ ਕਿ ਕੁੱਤੇ ਦਾ ਔਸਤ ਜੀਵਨ ਕਾਲ 15 ਸਾਲ ਹੁੰਦਾ ਹੈ। ਮਨੁੱਖ ਲਗਭਗ 100 ਸਾਲਾਂ ਤੱਕ ਕਿਉਂ ਜਿਉਂਦੇ ਹਨ ਜਦਕਿ ਅਸੀਂ ਸਿਰਫ 15 ਸਾਲ ਹੀ ਜੀ ਸਕਦੇ ਹਾਂ? ਕਿ ਉਹ ਬਹੁਤ ਉਦਾਸ ਨਹੀਂ ਹੁੰਦੇ ਹੋਣਗੇ? ਉਹ 100 ਸਾਲ ਤੱਕ ਨਹੀਂ ਜੀ ਸਕਦੇ। ਉਹ ਲੰਬੇ ਸਮੇਂ ਤੱਕ ਜਿਉਣਾ ਚਾਹੁੰਦੇ ਹਨ। ਇਸ ਦਾ ਕਾਰਨ ਕੀ ਹੈ? ਉਹਨਾਂ ਨੇ ਆਪਣੀਆਂ ਮਾਤਾਵਾਂ ਨੂੰ ਸਿਰਫ ਓਨੇ ਹੀ ਸਮੇਂ ਤੱਕ ਜਿਉਣ ਲਈ ਜੀਵਨ ਦੇ ਜੀਨਸ ਪ੍ਰਾਪਤ ਕੀਤੇ। 허락받은 것입니다. ਜੇਕਰ ਅਸੀਂ ਬਾਈਬਲ ਵਿੱਚ ਦਰਜ ਜੀਵਨ ਦੇ ਵਾਅਦੇ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ ਤਦ ਸਾਡੀ ਸਵਰਗੀ ਮਾਤਾ ਦਾ ਜੀਵਨ ਕਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? 어떻게 된다는 얘기입니까? ਸਦੀਪਕ ਜੀਵਨ ਸਾਨੂੰ ਉਦੋਂ ਤੱਕ ਨਹੀਂ ਦਿੱਤਾ ਜਾ ਸਕਦਾ 아니시고는 ਜਦੋਂ ਤੱਕ ਕਿ ਸਾਡੀ ਸਵਰਗੀ ਮਾਤਾ ਕੋਲ ਸਦੀਪਕ ਜੀਵਨ ਨਾ ਹੋਵੇ। 이게 주어질 수가 없습니다. ਫਲਾਈ ਸਿਰਫ ਇੱਕ ਦਿਨ ਜਿਉਂਦੀ ਰਹਿੰਦੀ ਹੈ ਅਤੇ ਕੁੱਤੇ ਲਗਭਗ 15 ਸਾਲ ਜਿਉਂਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਮਾਤਾਵਾਂ ਤੋਂ ਜੀਵਨ ਦੇ ਉਹ ਖਾਸ ਜੀਨਸ ਪ੍ਰਾਪਤ ਕੀਤੇ ਹਨ। ਤਦ ਸਾਡੇ ਲਈ ਸਦੀਪਕ ਜੀਵਨ ਦੇ ਜੀਨਸ ਪ੍ਰਾਪਤ ਕਰਨ ਅਤੇ ਹਮੇਸ਼ਾ ਲਈ ਜਿਉਣ ਲਈ ਸਾਡੀ ਸਵਰਗੀ ਮਾਤਾ ਨੂੰ ਕੀ ਹੋਣਾ ਚਾਹੀਦਾ ਹੈ? 누가 돼야 됩니까? ਸਵਰਗੀ ਮਾਤਾ ਨੂੰ ਪਰਮੇਸ਼ਰ ਹੋਣਾ ਚਾਹੀਦਾ ਹੈ, 하나님이 ਹੈ ਨਾ? 그렇죠. ਸਿਰਫ ਜਦੋਂ ਉਹ ਸਾਡੀ ਸਵਰਗੀ ਮਾਤਾ ਬਣਦੇ ਹਨ, ਉਹਨਾਂ ਕੋਲ ਸਦੀਪਕ ਜੀਵਨ ਦੇ ਜੀਨਸ ਹਨ, ਉਦੋਂ ਸਾਨੂੰ ਵਿਸ਼ਵਾਸ ਹੋ ਸਕਦਾ ਹੈ ਕਿ ਅਸੀਂ ਸਦੀਪਕ ਜੀਵਨ ਵਿਰਾਸਤ ਵਿੱਚ ਪਾਉਣ ਵਿੱਚ ਸਫਲ ਹਾਂ, ਹੈ ਨਾ? 것 아니겠습니까? ਜਦੋਂ ਅਸੀਂ ਇਸ ਸਿਧਾਂਤ ਨੂੰ ਸਮਝਾਂਗੇ ਤਦ ਅਸੀਂ ਸਪਸ਼ਟ ਰੂਪ ਨਾਲ ਸਮਝ ਪਾਵਾਂਗੇ ਕਿ ਮਾਤਾ ਪਰਮੇਸ਼ਰ ਦਾ ਮੌਜੂਦ ਕਿਉਂ ਹੋਣਾ ਚਾਹੀਦਾ ਹੈ। 이해할 수 있는 것이죠. ਮਾਤਾ ਪਰਮੇਸ਼ਰ ਬਿਨਾਂ ਨਾ ਤਾਂ ਤੁਸੀਂ ਅਤੇ ਨਾ ਹੀ ਮੈਂ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ। 이 땅에 ਜਦੋਂ ਪਰਮੇਸ਼ਰ ਨੇ ਧਰਤੀ ਉੱਤੇ ਸਭ ਕੁਝ ਬਣਾਇਆ ਤਦ ਪਰਮੇਸ਼ਰ ਨੇ ਉਸ ਵਿੱਚ ਆਪਣੀ ਇੱਛਾ ਸ਼ਾਮਿਲ ਕੀਤੀ। 것을 다 담으셨다. ਕਿਉਂਕਿ ਸਾਡੀ ਸਵਰਗੀ ਮਾਤਾ ਹਮੇਸ਼ਾ ਲਈ ਜਿਉਂਦੀ ਹੈ, ਇਸ ਲਈ ਉਹਨਾਂ ਨੂੰ ਪਰਮੇਸ਼ਰ ਹੋਣਾ ਚਾਹੀਦਾ ਹੈ। 하나님이셔야 됩니다. ਫਿਰ ਸਾਨੂੰ ਧਿਆਨ ਨਾਲ ਸੋਚਣ ਦੀ ਜ਼ਰੂਰਤ ਹੈ ਕਿ ਬਾਈਬਲ ਸਾਨੂੰ ਸਵਰਗੀ ਪਰਿਵਾਰ ਦੇ ਹਿੱਸੇ ਦੇ ਰੂਪ ਵਿੱਚ ਕਿਉਂ ਵਰਣਨ ਕਰਦੀ ਹੈ। 아버지라는 호칭을 ਪਰਮੇਸ਼ਰ ਪਿਤਾ ਦੀ ਉਪਾਧੀ ਦੀ ਵਰਤੋਂ ਕਿਉਂ ਕਰਦੇ ਹਨ ਅਤੇ ਉਹ ਸਾਨੂੰ ਪੁੱਤਰਾਂ ਅਤੇ ਧੀਆਂ ਦੀ ਉਪਾਧੀ ਕਿਉਂ ਦਿੰਦੇ ਹਨ। 이런 문제들을 우리가 면밀하게 생각해 봐야 됩니다. ਪੁੱਤਰ ਅਤੇ ਧੀਆਂ ਦੀ ਉਪਾਧੀ ਬਿਨਾਂ ਕਿਸੇ ਕਾਰਨ ਦੇ ਨਹੀਂ ਦਿੱਤੀ ਜਾ ਸਕਦੀ। 이 호칭 ਪਿਤਾ ਦੀ ਉਪਾਧੀ ਕੇਵਲ ਸੰਕਲਪ ਨਹੀਂ ਸੀ, 호칭이 그냥 ਮਾਤਾ ਦੀ ਉਪਾਧੀ ਵੀ ਸਿਰਫ ਸੰਕਲਪ ਨਹੀਂ ਸੀ। 이와 같은 칭호가 그냥 ਬਾਈਬਲ ਵਿੱਚ ਪਰਮੇਸ਼ਰ ਕਹਿੰਦੇ ਹਨ, ਮੇਰੇ ਗਿਆਨ ਦੇ ਨਾ ਹੋਣ ਨਾਲ ਮੇਰੀ ਪ੍ਰਜਾ ਨਸ਼ਟ ਹੋ ਗਈ। 있기 때문에 오늘 ਸਾਨੂੰ ਸਵਰਗ ਦੇ ਰਾਜ ਵੱਲ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। 아버지뿐만 ਜਿੱਥੇ 어머니와 함께 ਸਿਉਣ ਦੇ ਸਾਡੇ ਸਾਰੇ ਭਰਾ ਅਤੇ ਭੈਣ 형제 ਅੱਜ ਇਸ ਤਾਰੇ ਉੱਤੇ ਅਤੇ ਕੱਲ ਇਸ ਤਾਰੇ ਉੱਤੇ ਸਾਡੇ ਸਵਰਗੀ ਪਿਤਾ ਅਤੇ ਸਾਡੀ ਸਵਰਗੀ ਮਾਤਾ ਨਾਲ ਸਦੀਪਕ ਜੀਵਨ 자매와 복락을 ਅਤੇ ਸਦੀਪਕ ਖੁਸ਼ੀ ਦਾ ਆਨੰਦ ਲੈ ਸਕਣਗੇ। 이런 문제들도 확실하게 하고 넘어가야 되지. ਆਓ ਅਸੀਂ ਉਤਪਤ ਅਧਿਆਇ 1 ਵਿੱਚ ਇਸ ਦੀ ਪੁਸ਼ਟੀ ਕਰੀਏ। ਵਚਨ 24 24절입니다. ਪਰਮੇਸ਼ਰ ਨੇ ਆਖਿਆ ਕਿ ਧਰਤੀ ਉੱਤੇ ਜਿਉਂਦੇ ਪ੍ਰਾਣੀਆਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਕਿਸਰਨ ਵਾਲਿਆਂ ਨੂੰ ਤੇ ਦੇ ਜਾਨਵਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਉਪਜਾਏ। ਪਰਮੇਸ਼ਰ ਨੇ ਜੋ ਕਿਹਾ ਉਸ ਦੇ ਅਨੁਸਾਰ ਕੀ ਹੋਇਆ ਤੇ ਉਵੇਂ ਹੀ ਹੋ ਗਿਆ। 그대로 다 ਵਚਨ 25
ਤੋ ਪਰਮੇਸ਼ਰ ਨੇ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ, ਆ ਡੰਗਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ, ਔਰ ਜ਼ਮੀਨ ਤੇ ਸਾਰੇ ਕਿਸਮ ਵਾਲਿਆਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਬਣਾਇਆ। ਅਤੇ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। 하나님이 가라사 ਪਰਮੇਸ਼ਰ ਨੇ ਆਖਿਆ ਕਿ 우리의 형상 ਅਸੀਂ ਆਦਮੀ ਨੂੰ ਆਪਣੇ ਸਵਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। 만들고라고 표현하고 있습니다. ਸਾਰੇ ਲੋਕੋ, ਇਸ ਵਚਨ ਨੂੰ ਪੜ੍ਹਦੇ ਹੋਏ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਬਾਈਬਲ ਪਰਮੇਸ਼ਰ ਦਾ ਵਰਣਨ ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਬਣਾਇਆ ਇੱਕ ਵਚਨ ਦੇ ਰੂਪ ਵਿੱਚ ਨਹੀਂ ਕਰਦੀ, ਬਹੁਵਚਨ ਦੇ ਰੂਪ ਵਿੱਚ ਕਰਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਅਸੀਂ ਮਨੁੱਖ ਨੂੰ ਬਣਾਈਏ। ਤਦ ਕਿ ਸਾਡੇ ਲਈ ਇਹ ਸਮਝਣਾ ਆਸਾਨ ਨਹੀਂ ਹੈ ਕਿ ਪਰਮੇਸ਼ਰ ਜਿਨ੍ਹਾਂ ਨੇ ਮਨੁੱਖ ਜਾਤੀ ਸਮੇਤ ਸਭ ਕੁਝ ਬਣਾਇਆ ਹੈ, ਇੱਕ ਵਚਨ ਦੇ ਪਰਮੇਸ਼ਰ ਨਹੀਂ ਬਲਕਿ ਬਹੁਵਚਨ ਦੇ ਪਰਮੇਸ਼ਰ ਹਨ। 그래서 우리라는 ਕਿ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਰ ਜਿਨ੍ਹਾਂ ਨੇ ਇਸ ਬਾਈਬਲ ਨੂੰ ਦਰਜ ਕੀਤਾ ਹੈ, 단수적인 ਉਹ ਅਸੀਂ ਅਤੇ ਮੈਂ ਦੇ ਅਰਥ ਵਿਚਕਾਰ ਫਰਕ ਨਹੀਂ ਕਰ ਸਕਦੇ? ਪਰਮੇਸ਼ਵਰ ਨਿਰਦੋਸ਼, ਸਰਵ ਵਿਆਪਕ ਅਤੇ ਸਹੀ ਹਨ। 정확하십니다. ਫਿਰ ਵਚਨ 26 ਵਿੱਚ ਇਹ ਕਹਿੰਦਾ ਹੈ, 26절에 ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਪਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। 쓰리게 하자 하시고 ਵਚਨ 27, ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। 우리라는 ਬਾਈਬਲ ਦਰਜ ਕਰਦੀ ਹੈ ਕਿ ਪਰਮੇਸ਼ਰ ਜਿਨ੍ਹਾਂ ਨੇ ਅਸੀਂ ਕਿਹਾ ਨੇ ਨਰ ਨੂੰ ਬਣਾਇਆ ਅਤੇ ਨਾਰੀ ਨੂੰ ਵੀ ਬਣਾਇਆ। 창조되었더라고 했습니다. ਦੂਸਰੇ ਸ਼ਬਦਾਂ ਵਿੱਚ ਨਰ ਸਰੂਪ ਦੇ ਪਰਮੇਸ਼ਰ ਹਨ ਅਤੇ ਨਾਰੀ ਸਰੂਪ ਦੇ ਪਰਮੇਸ਼ਰ ਹਨ। 우리 하나님이셨습니다. ਲੰਬੇ ਸਮੇਂ ਤੋਂ ਮਨੁੱਖ ਜਾਤੀ ਦੁਆਰਾ ਨਰ ਸਰੂਪ ਦੇ ਪਰਮੇਸ਼ਰ ਨੂੰ ਪਿਤਾ ਪਰਮੇਸ਼ਰ ਕਿਹਾ ਜਾ ਰਿਹਾ ਹੈ। 그렇다면 ਫਿਰ 여성의 ਮਨੁੱਖ ਜਾਤੀ ਨੂੰ ਨਾਰੀ ਸਰੂਪ ਦੇ ਪਰਮੇਸ਼ਰ ਨੂੰ ਕੀ ਕਹਿਣਾ ਚਾਹੀਦਾ ਹੈ? 뭐라고 불러야 됩니까? ਜੇਕਰ ਨਰ ਸਰੂਪ ਦੇ ਪਰਮੇਸ਼ਰ ਨੂੰ ਜਿਨ੍ਹਾਂ ਨੇ ਜੀਵਨ ਨੂੰ ਮੌਜੂਦ ਵਿੱਚ ਰਹਿਣ ਦਿੱਤਾ ਪਿਤਾ ਪਰਮੇਸ਼ਰ ਕਿਹਾ ਜਾਂਦਾ ਹੈ, 부르고 있다면 ਤਦ ਸਾਨੂੰ ਨਾਰੀ ਸਰੂਪ ਦੇ ਪਰਮੇਸ਼ਰ ਨੂੰ ਕੀ ਕਹਿਣਾ ਚਾਹੀਦਾ ਹੈ? 여성 ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਬਣਾਇਆ ਅਤੇ ਸਾਨੂੰ ਜੀਵਨ ਦਿੱਤਾ, 땅이 ਸਾਨੂੰ ਉਹਨਾਂ ਨੂੰ ਮਾਤਾ ਪਰਮੇਸ਼ਰ ਕਹਿਣਾ ਚਾਹੀਦਾ ਹੈ। 어머니 하나님이십니다. 그래서 ਉਤਪਤ ਦੇ ਇਤਿਹਾਸ ਵਿੱਚ ਪਰਮੇਸ਼ਰ ਨੇ ਸਾਨੂੰ ਦੱਸਿਆ ਕਿ ਪਿਤਾ ਪਰਮੇਸ਼ਰ ਹਨ ਅਤੇ ਮਾਤਾ ਪਰਮੇਸ਼ਰ ਵੀ ਹਨ। ਇਸ ਵਜ੍ਹਾ ਨਾਲ ਦੂਸਰਾ ਕੁਰਿੰਥੀ ਅਧਿਆਇ 6 ਦੇ ਅਨੁਸਾਰ ਪਰਮੇਸ਼ਰ ਨੇ ਜੋ ਸਰਵਸ਼ਕਤੀਮਾਨ ਹਨ ਕਿਹਾ, ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਸ ਤਰ੍ਹਾਂ ਉਹ ਸਪਸ਼ਟ ਰੂਪ ਨਾਲ ਸਾਨੂੰ ਆਪਣੇ ਪੁੱਤਰਾਂ ਅਤੇ ਧੀਆਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਦੇ ਹਨ। ਯੀਸ਼ੂ ਨੇ ਇਹ ਕਿਹਾ, ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, ਹੇ ਸਵਰਗ ਵਿੱਚ ਕੌਣ ਹਨ? ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ। 아버지요. 아버지가 ਪਦ ਦੀ ਕਿਤਾਬ ਵਿੱਚ ਪਿਤਾ ਪਰਮੇਸ਼ਰ ਹਨ ਅਤੇ ਮਾਤਾ ਪਰਮੇਸ਼ਰ ਹਨ ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਵੀ ਹਨ। 딸들도 있고 형제 자매들이 다 있습니다. ਪਰ ਦੁਨੀਆ ਦੇ ਹੋਰ ਚਰਚ ਮਾਤਾ ਪਰਮੇਸ਼ਰ ਦੀ ਉਪਾਧੀ ਨੂੰ ਛੱਡ ਹੋਰ ਸਾਰੀਆਂ ਉਪਾਧੀਆਂ ਦੀ ਵਰਤੋਂ ਕਰਦੇ ਹਨ। 빼놓고 있습니다. ਹਾਲਾਂਕਿ ਮਾਤਾ ਪਰਮੇਸ਼ਰ ਦਾ ਮੌਜੂਦ ਹੈ, ਪਰ ਇੱਕ ਭਵਿੱਖਬਾਣੀ ਦਾ ਯੁੱਗ ਹੈ ਜਦੋਂ ਸਾਰੀ ਮਨੁੱਖ ਜਾਤੀ ਨੂੰ ਉਹਨਾਂ ਦੇ ਮੌਜੂਦ ਬਾਰੇ ਗਿਆਨ ਹੋਣਾ ਚਾਹੀਦਾ ਹੈ। ਇਸ ਲਈ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਮਾਤਾ ਪਰਮੇਸ਼ਰ ਬਾਰੇ ਸੱਚਾਈ ਨੂੰ ਲੰਬੇ ਸਮੇਂ ਤੱਕ ਗੁਪਤ ਰੱਖਿਆ ਜਾਣਾ ਚਾਹੀਦਾ ਹੈ। 그럼 언제 ਫਿਰ ਮਾਤਾ ਪਰਮੇਸ਼ਰ ਕਦੋਂ ਪ੍ਰਗਟ ਹੋਣਗੇ ਅਤੇ ਕਦੋਂ ਉਹ ਸਵਰਗੀ ਲੋਕਾਂ ਨੂੰ ਸੱਚਾਈ ਵੱਲ ਲਿਜਾਣ ਅਤੇ ਉਹਨਾਂ ਦੀ ਸਵਰਗ ਦੇ ਰਾਜ ਦੇ ਰਾਸਤੇ ਤੇ ਅਗਵਾਈ ਕਰਨ ਦੀ ਭੂਮਿਕਾ ਨਿਭਾਉਣਗੇ? 하시는가? 아담으로 ਸ੍ਰੀ ਬਾਹਰ ਆਉਣ ਵਾਲੇ ਮਸੀਹ ਜਿਸ ਦੀ ਤੁਲਨਾ ਆਦਮ ਨਾਲ ਕੀਤੀ ਜਾਂਦੀ ਹੈ ਅਤੇ ਸਵਰਗੀ ਮਾਤਾ ਜਿਸ ਦੀ ਤੁਲਨਾ ਆਦਮ ਦੀ ਪਤਨੀ ਹਵਾ ਨਾਲ ਕੀਤੀ ਜਾਂਦੀ ਹੈ, ਆਖਰੀ ਦਿਨਾਂ ਵਿੱਚ ਧਰਤੀ ਉੱਤੇ ਸਰੀਰ ਵਿੱਚ ਪ੍ਰਗਟ ਹੋਣਗੇ ਅਤੇ ਲੋਕਾਂ ਦੀ ਅਗਵਾਈ ਮੁਕਤੀ ਵੱਲ ਕਰਨਗੇ ਜੋ ਇਸ ਪਾਪੀ ਸੰਸਾਰ ਵਿੱਚ ਭਟਕ ਰਹੇ ਹਨ। ਇਹਨਾਂ ਸਭ ਦੀ ਭਵਿੱਖਬਾਣੀ ਬਾਈਬਲ ਵਿੱਚ ਕੀਤੀ ਗਈ ਹੈ। 에덴 동산 ਆਦਮ ਦੇ ਬਾਗ ਵਿੱਚ 하나님께 ਪਰਮੇਸ਼ਰ ਦੁਆਰਾ ਰਚੇ ਗਏ 남성이 ਪਹਿਲੇ ਨਰ ਅਤੇ ਨਾਰੀ ਕੌਣ ਸੀ? 누구십니까? ਉਹ ਆਦਮ ਅਤੇ ਹਵਾ ਸੀ। 그럼 ਲਿਖਿਆ ਸੀ ਕਿ ਪਰਮੇਸ਼ਰ ਨੇ ਆਪਣੀ ਇੱਛਾ ਦੇ ਅਨੁਸਾਰ ਸਭ ਕੁਝ ਬਣਾਇਆ। ਤਦ ਕਿ ਪਰਮੇਸ਼ਰ ਨੇ ਆਦਮ ਨੂੰ ਆਪਣੀ ਇੱਛਾ ਦੇ ਬਿਨਾਂ ਬਣਾਇਆ। 없이 지었겠습니까? ਪਰਮੇਸ਼ਰ ਦੇ ਉਸ ਨੂੰ ਬਣਾਉਣ ਦਾ ਇੱਕ ਕਾਰਨ ਹੋਣਾ ਚਾਹੀਦਾ ਹੈ। ਪਰਮੇਸ਼ਰ ਦੇ ਹਵਾ ਨੂੰ ਬਣਾਉਣ ਬਾਰੇ ਕੀ? ਸਪਸ਼ਟ ਰੂਪ ਨਾਲ ਪਰਮੇਸ਼ਰ ਨੇ ਉਸ ਨੂੰ ਵੀ ਆਪਣੀ ਇੱਛਾ ਦੇ ਅਨੁਸਾਰ ਬਣਾਇਆ। 로마서 5장 ਆਓ ਅਸੀਂ ਰੋਮੀਓ ਅਧਿਆਇ 5 ਵਚਨ 14 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 5 ਵਚਨ 14, ਤਾਂ ਵੀ 그러나 ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਹਨਾਂ ਦੇ ਵੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਕੀ ਸੀ? ਆਉਣ ਵਾਲੇ ਦਾ ਨਮੂਨਾ ਸੀ। 뭐라고 했습니까? ਕਾਸ਼ ਦੀ ਪੋਥੀ ਅਧਿਆਇ 22 ਵਿੱਚ ਇਸ ਪ੍ਰਕਾਰ ਲਿਖਿਆ ਗਿਆ ਹੈ, 22장에 보면 ਆਮੀਨ, ਹੇ ਪ੍ਰਭੂ ਯੀਸ਼ੂ ਆ। 하고 기록되어 있습니다. ਆਉਣ ਵਾਲਾ ਯੀਸ਼ੂ ਨੂੰ ਦਰਸਾਉਂਦਾ ਹੈ। 표상하고 있습니다.
아담은 ਜੇਕਰ ਆਦਮ ਨੂੰ ਯੀਸ਼ੂ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਬਣਾਇਆ ਗਿਆ ਸੀ, ਤਦ ਹਵਾ ਨੂੰ ਬਣਾਉਣ ਵਿੱਚ ਪਰਮੇਸ਼ਰ ਦੀ ਇੱਛਾ ਕੀ ਹੈ ਜੋ ਆਦਮ ਦੀ ਪਤਨੀ ਸੀ? 창조되어졌을까? ਇਸ ਬਾਰੇ ਆਓ ਅਸੀਂ ਉਤਪਤ ਦੀ ਕਿਤਾਬ ਅਧਿਆਇ 3 ਵਿੱਚ ਜਾਈਏ ਅਤੇ ਇਸ ਦਾ ਉੱਤਰ ਲੱਭੀਏ। ਵਚਨ 20 ਵਿੱਚ ਲਿਖਿਆ ਹੈ, ਆਦਮੀ ਨੇ ਆਪਣੀ ਤੀਵੀਂ ਦਾ ਨਾਮ ਕੀ ਰੱਖਿਆ? ਹਵਾ ਰੱਖਿਆ। 뭐라고 이름했다고요? ਆਦਮ ਨੇ ਆਪਣੀ ਪਤਨੀ ਦਾ ਨਾਮ ਹਵਾ ਰੱਖਿਆ। 이름을 하와라고 이렇게 지어 주었습니다. ਜਦੋਂ ਅਸੀਂ ਬਾਈਬਲ ਵਿੱਚ ਫੁੱਟਨੋਟ ਨੂੰ ਦੇਖਦੇ ਹਾਂ, ਤਦ ਹਵਾ ਦਾ ਮਤਲਬ ਹੈ ਜੀਵਨ। ਹਰ ਨਾਮ ਦਾ ਇੱਕ ਅਰਥ ਹੁੰਦਾ ਹੈ। 전부 뜻이 있습니다. ਆਦਮ ਨੇ ਇਸਤਰੀ ਨੂੰ 그럼 수많은 ਹਵਾ ਨਾਮ ਕਿਉਂ ਦਿੱਤਾ, ਜਿਸ ਦਾ ਅਰਥ ਜੀਵਨ ਹੈ? 여자에게 ਪਰਮੇਸ਼ਰ ਆਦਮ ਨੂੰ ਜੀਵਨ ਨਾਮ ਦੇ ਸਕਦੇ ਸੀ, ਹੈ ਨਾ? 생명이라는 이름을 붙일 수도 있지 않습니까? ਹਾਲਾਂਕਿ ਹਵਾ ਨਾਮ ਜਿਸ ਦਾ ਅਰਥ ਜੀਵਨ ਹੈ, ਆਦਮ ਦੀ ਪਤਨੀ ਨੂੰ ਕਿਉਂ ਦਿੱਤਾ ਗਿਆ? ਹਵਾ ਦੀ ਭੂਮਿਕਾ ਅਤੇ ਮਿਸ਼ਨ ਦਾ ਜ਼ਿਕਰ ਉਸ ਦੇ ਨਾਮ ਵਿੱਚ ਲੁਕਿਆ ਹੋਇਆ ਹੈ। 뭐죠? ਆਦਮੀ ਨੇ ਆਪਣੀ ਤੀਵੀਂ ਦਾ ਨਾਮ ਹਵਾ ਰੱਖਿਆ ਇਸ ਲਈ ਕਿ ਉਹ ਸਾਰੇ ਜਿਉਂਦਿਆਂ ਦੀ ਮਾਤਾ ਹੈ। 하고 있습니다. ਪਰਮੇਸ਼ਰ ਨੇ ਆਦਮ ਨੂੰ ਬਣਾਇਆ ਜੋ ਮਸੀਹ ਨੂੰ ਸੰਕੇਤ ਕਰਦਾ ਹੈ ਅਤੇ ਸਾਨੂੰ ਸਾਰੇ ਜਿਉਂਦੇ ਪ੍ਰਾਣੀਆਂ ਦੀ ਮਾਤਾ ਦੇ ਮੌਜੂਦ ਨੂੰ ਜਾਣਨ ਲਈ ਹਵਾ ਨੂੰ ਵੀ ਬਣਾਇਆ। ਇਹ ਆਦਮ ਨੂੰ ਬਣਾਉਣ ਵਿੱਚ ਪਰਮੇਸ਼ਰ ਦੀ ਇੱਛਾ ਹੈ ਅਤੇ ਉਹ ਹਵਾ ਨੂੰ ਬਣਾਉਣ ਵਿੱਚ ਪਰਮੇਸ਼ਰ ਦੀ ਇੱਛਾ ਹੈ। ਇਸ ਲਈ ਇਹ ਕਿਹਾ ਗਿਆ ਹੈ, ਪਰਮੇਸ਼ਰ ਦੀ ਇੱਛਾ ਦੇ ਬਿਨਾਂ ਕੁਝ ਵੀ ਨਹੀਂ ਰਚਿਆ ਗਿਆ। 또 없더라. ਫਿਰ ਜਦੋਂ ਅਸੀਂ ਸ੍ਰਿਸ਼ਟੀ ਦੇ ਇਤਿਹਾਸ ਨੂੰ ਦੇਖਦੇ ਹਾਂ, ਤਦ ਹਵਾ ਦੀ ਰਚਨਾ ਕਿਸ ਦਿਨ ਹੋਈ ਸੀ? ਉਹ 6ਵੇਂ ਦਿਨ ਅਰਥਾਤ ਅੰਤਿਮ ਦਿਨ ਬਣਾਈ ਗਈ ਸੀ, ਕਿਉਂਕਿ 6ਵੇਂ ਦਿਨ ਦੀ ਸ੍ਰਿਸ਼ਟੀ 6000 ਸਾਲ ਦੀ ਭਵਿੱਖਬਾਣੀ ਦਾ ਵਰਣਨ ਕਰਦੀ ਹੈ। 출현과 ਇਸ ਲਈ ਮਾਤਾ ਪਰਮੇਸ਼ਵਰ ਨੂੰ ਜੋ ਆਤਮਿਕ ਹਵਾ ਹੈ, 하고 있기 때문에 6000 ਸਾਲ ਦੇ ਮੁਕਤੀ ਦੇ ਕੰਮ ਦੇ ਅੰਤ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। 하와의 존재가 출현돼야 된다는 것입니다. ਹਵਾ ਨੂੰ ਸਾਰੇ ਜਿਉਂਦੇ ਪ੍ਰਾਣੀਆਂ ਦੀ ਮਾਤਾ ਦੇ ਰੂਪ ਵਿੱਚ ਸਾਰੀ ਮਨੁੱਖ ਜਾਤੀ ਨੂੰ ਜੀਵਨ ਦੇਣ ਲਈ ਬਣਾਇਆ ਗਿਆ ਸੀ। ਆਓ ਅਸੀਂ ਭਵਿੱਖਬਾਣੀ ਦੀ ਪੂਰਤੀ ਦੀ ਪੁਸ਼ਟੀ ਕਰਨ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 19 ਉੱਤੇ ਜਾਈਏ। 19장에 ਇਸ ਤਰ੍ਹਾਂ ਬਾਈਬਲ ਸਾਨੂੰ ਸਪਸ਼ਟ ਰੂਪ ਨਾਲ ਸਿਖਾਉਂਦੀ ਹੈ ਕਿ ਸਾਡੇ ਕੋਲ ਮਾਤਾ ਪਰਮੇਸ਼ਰ ਹਨ, 다는 사실을 ਪਰ ਇਸ ਯੁੱਗ ਵਿੱਚ ਉਹ ਦੇਖਦੇ ਹੋਏ ਵੀ ਉਹਨਾਂ ਨੂੰ ਨਹੀਂ ਦੇਖਦੇ, ਉਹ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਉਹਨਾਂ ਨੂੰ ਨਹੀਂ ਸਮਝਦੇ। ਜਿਵੇਂ ਕਿ ਬਾਈਬਲ ਭਵਿੱਖਬਾਣੀ ਕਰਦੀ ਹੈ, 깨닫지를 ਉਹ ਬਹੁਤ ਤਰਸਯੋਗ ਸਥਿਤੀ ਹੈ। 못하는 형국 가운데 있습니다. ਪ੍ਰਕਾਸ਼ ਦੀ ਪੋਥੀ ਅਧਿਆਇ 19 ਵਚਨ 7 ਵਿੱਚ ਲਿਖਿਆ ਹੈ, ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। 영광을 돌리시고 ਲੇਲੇ ਦਾ ਵਿਆਹ ਜੋ ਆ ਗਿਆ ਹੈ, 예수님을 뜻하지요. ਇੱਥੇ ਲੇਲਾ 어린 양의 ਯਿਸੂ ਨੂੰ ਸੰਕੇਤ ਕਰਦਾ ਹੈ। 이르렀다고 했습니다. ਯਿਸੂ ਨੇ ਆਪਣੇ ਪਹਿਲੇ ਵਾਰ ਆਉਣ ਤੇ ਸ਼ਾਰੀਰਿਕ ਜਾਂ ਆਤਮਿਕ ਰੂਪ ਨਾਲ ਵਿਆਹ ਕੀਤਾ ਸੀ, 하셨습니까? ਪਰ ਜਦੋਂ ਅਸੀਂ ਇੱਥੇ ਲਿਖੇ ਗਏ ਵਚਨਾਂ ਨੂੰ ਦੇਖਦੇ ਹਾਂ, 어린 양 대신 ਤਦ ਬਾਈਬਲ ਸਪਸ਼ਟ ਰੂਪ ਨਾਲ ਕਹਿੰਦੀ ਹੈ ਕਿ ਮਸੀਹ 이르렀다고 했냐면 ਜੋ ਲੇਲਾ ਹੈ ਦੇ ਵਿਆਹ ਦਾ ਭਵਿੱਖ ਸੂਚਕ ਸਮਾਂ ਆ ਗਿਆ ਹੈ। 비로소 이르게 되었다고. ਲੇਲੇ ਦਾ ਵਿਆਹ ਜੋ ਆ ਗਿਆ ਹੈ ਅਤੇ ਉਹਦੀ ਲਾੜੀ ਨੇ ਕੀ ਕੀਤਾ ਹੈ? ਉਸਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ 아내가 ਕਿ ਲੇਲੇ ਦੀ ਲਾੜੀ ਪਹਿਲਾਂ ਤਿਆਰ ਨਹੀਂ ਸੀ। 되지 못했다는 얘기입니까? ਉਹ ਪਹਿਲਾਂ ਤਿਆਰ ਨਹੀਂ ਸੀ। 준비된 상태가 아니었습니다. ਬਾਈਬਲ ਕਹਿੰਦੀ ਹੈ ਹੁਣ ਉਸ ਦੀ ਪਤਨੀ ਤਿਆਰ ਹੈ। 그 아내가 ਆਓ ਅਸੀਂ ਵਚਨ 8 ਨਾਲ ਜਾਰੀ ਰੱਖੀਏ। 보시면 ਇਹ ਉਸ ਨੂੰ ਬਖਸ਼ਿਆ ਗਿਆ ਭਾਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੋਸ਼ਾਕ ਪਾਵੇ। ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ। 실이로다 하더라. ਤਾਂ ਉਹਨ ਮੈਨੂੰ ਆਖਿਆ, ਲਿਖ ਭਾਈ, ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦੌਤ ਵਿੱਚ ਸੱਦੇ ਹੋਏ ਹਨ। ਇਸ ਵਚਨ ਦੇ ਅਨੁਸਾਰ ਕਿ ਲੇਲੇ ਦੀ ਪਤਨੀ ਨਹੀਂ ਹੋਣੀ ਚਾਹੀਦੀ। 있어야 되지 않겠습니까? ਰੋਮੀਆ 5 ਵਿੱਚ ਲਿਖਿਆ ਹੈ ਕਿ ਆਦਮ ਮਸੀਹ ਨੂੰ ਸੰਕੇਤ ਕਰਦਾ ਹੈ ਜੋ ਆਉਣ ਵਾਲਾ ਹੈ। 그리스도의 표상이라고 되어 있으니까 ਜਿਵੇਂ ਆਦਮ ਦੀ ਪਤਨੀ ਸੀ, ਉਸੇ ਤਰ੍ਹਾਂ ਆਤਮਿਕ ਰੂਪ ਨਾਲ ਲੇਲੇ ਕੋਲ ਕੌਣ ਹੋਣਾ ਚਾਹੀਦਾ ਹੈ? 있어야 됩니까? ਉਸ ਕੋਲ ਇੱਕ ਆਤਮਿਕ ਪਤਨੀ ਹੋਣੀ ਚਾਹੀਦੀ ਹੈ। ਸਿਰਫ ਉਦੋਂ 모든 ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਇੱਕ ਦੂਸਰੇ ਨਾਲੋਂ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ, ਹੈ ਨਾ? 있습니까? ਆਓ ਅਸੀਂ ਅਧਿਆਇ 21 ਉੱਤੇ ਜਾਈਏ ਅਤੇ ਲੇਲੇ ਦੀ ਪਤਨੀ ਬਾਰੇ ਹੋਰ ਦੇਖੀਏ। 한번 넘어가 보겠습니다. ਅਧਿਆਇ 9 ਵਚਨ 21। 말씀 보시면 ਨਾ ਸੱਤਾ ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜ ਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। 아내라고 했습니다. ਲੇਲਾ ਅਤੇ ਲੇਲੇ ਦੀ ਪਤਨੀ, ਲੇਲਾ ਅਤੇ ਲਾੜੀ, ਭਾਵੇਂ ਉਹਨਾਂ ਦਾ ਵਰਣਨ ਵੱਖ-ਵੱਖ ਸ਼ਬਦਾਂ ਤੋਂ ਕੀਤਾ ਗਿਆ ਹੈ, ਪਰ ਇਹ ਸਾਰੇ ਸ਼ਬਦ ਇੱਕੋ ਹੀ ਵਿਅਕਤੀ ਨੂੰ ਹਵਾਲਾ ਕਰਦੇ ਹਨ। 내가 신부 ਸਵਰਗਦੂਤ ਨੇ ਰਸੂਲ ਯਹੂਨਾ ਨੂੰ ਕਿਹਾ, ਮੈਂ ਤੈਨੂੰ ਲਾੜੀ ਵਿਖਾਵਾਂ
ਜਿਹੜੀ ਲੇਲੇ ਦੀ ਪਤਨੀ ਹੈ। 아내를 보여주겠다. ਇਹ ਇੱਕ ਬਹੁਤ ਹੀ ਰੋਮਾਂਚਕ ਦ੍ਰਿਸ਼ ਹੈ। 설레는 장면입니다. ਵਚਨ 10 ਕਹਿੰਦਾ ਹੈ, 말씀 보시면 ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਤੇ ਲੈ ਗਿਆ। ਸਵਰਗਦੂਤ ਨੇ ਉਸ ਨੂੰ ਕੀ ਦਿਖਾਇਆ? 하늘에서 내려오는 ਜਦੋਂ ਸਵਰਗਦੂਤ ਨੇ ਇੱਕ ਦਰਸ਼ਨ ਵਿੱਚ ਰਸੂਲ ਯਹੂਨਾ ਨੂੰ ਕਿ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ, ਫਿਰ ਉਸਨੇ ਉਸ ਨੂੰ ਕੀ ਦਿਖਾਇਆ? ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਰ ਕੋਲੋਂ ਆਕਾਸ਼ੋਂ ਉੱਤਰਦੀ ਮੈਨੂੰ ਵਿਖਾਈ। 예루살렘을 보였다. ਇਹ ਵਚਨ ਕਹਿੰਦਾ ਹੈ ਕਿ ਸਵਰਗਦੂਤ ਨੇ ਰਸੂਲ ਯਹੂਨਾ ਨੂੰ ਪਵਿੱਤਰ ਨਗਰ ਯਰੂਸ਼ਲਮ ਦਿਖਾਇਆ। 하나님께서 ਕਈ ਦ੍ਰਿਸ਼ਟਾਂਤਾਂ ਅਤੇ ਭੇਤਾਂ ਦੁਆਰਾ ਆਪਣੀਆਂ ਸੰਤਾਨਾਂ ਨੂੰ ਗਿਆਨਵਾਨ ਕਰਨ ਲਈ ਪਰਮੇਸ਼ਰ ਨੇ ਇਹਨਾਂ ਸਾਰੇ ਵਚਨਾਂ ਦੇ ਜੋੜੇ ਨੂੰ ਬਾਈਬਲ ਵਿੱਚ ਰੱਖਿਆ। 전부 짝을 맞춰 놓으셨습니다. ਤਦ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਦਰਜ ਲੇਲੇ ਦੀ ਪਤਨੀ ਯਰੂਸ਼ਲਮ ਅਤੇ ਸਾਡੇ ਵਿਚਕਾਰ ਕੀ ਸੰਬੰਧ ਹੈ? 와의 관계에서 ਸਾਨੂੰ ਇਸ ਦਾ ਜਵਾਬ ਲੱਭਣ ਦੀ ਜ਼ਰੂਰਤ ਹੈ। 확인해 볼 필요가 있겠습니다. ਆਓ ਅਸੀਂ ਗਲਾਤੀਆ ਅਧਿਆਇ 4 ਵਚਨ 26 ਉੱਤੇ ਜਾਈਏ। ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਤਾਹਾਂ ਦੀ ਯਰੂਸ਼ਲਮ ਦਾ ਮਤਲਬ ਸਵਰਗ ਦੀ ਯਰੂਸ਼ਲਮ ਹੈ। ਕਰਕੇ ਯਾਦ ਰੱਖੋ ਕਿ ਪ੍ਰਕਾਸ਼ ਦੀ ਪੋਥੀ ਅਧਿਆਇ 21 ਕਹਿੰਦਾ ਹੈ, ਪਵਿੱਤਰ ਨਗਰ ਯਰੂਸ਼ਲਮ ਸਵਰਗ ਤੋਂ ਨੀਚੇ ਉਤਰ ਰਹੀ ਹੈ। 같이 보셔야 됩니다. ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। 하고요. ਸਵਰਗਦੂਤ ਨੇ ਰਸੂਲ ਯਹੂਨਾ ਨੂੰ ਕਿਹਾ, ਮੈਂ ਤੈਨੂੰ ਲਾੜੀ ਦਿਖਾਵਾਂ ਜੋ ਲੇਲੇ ਦੀ ਪਤਨੀ ਹੈ, ਅਤੇ ਉਸ ਨੂੰ ਯਰੂਸ਼ਲਮ ਦਿਖਾਇਆ। 결국 ਯਰੂਸ਼ਲਮ ਸਾਡੀ ਸਵਰਗੀ ਮਾਤਾ ਹੈ। 어머니들아 하고였습니다. ਲੇਲੇ ਦੀ ਪਤਨੀ 어린 양의 아내 ਸਾਡੀ ਮਾਤਾ ਪਰਮੇਸ਼ਵਰ ਹੈ। 우리의 어머니 하나님이셨습니다. ਆਓ ਅਸੀਂ ਵਚਨ 27 ਨਾਲ ਜਾਰੀ ਰੱਖੀਏ। 계속 보겠습니다. 27절입니다. ਲਿਖਿਆ ਹੈ, ਹੇ ਬਾਂਝ ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ ਕੇ ਗਾ ਤੇ ਚਿੱਲਾ, ਤੁਝੇ ਨੂੰ ਪੀੜਾ ਨਹੀਂ ਲੱਗੀਆਂ, ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। 하나님이라 하였으니 ਭਰਾਵੋ, ਅਸੀਂ ਕੌਣ ਹਾਂ? 너희는 ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। 약속의 ਦੂਸਰੇ ਸ਼ਬਦਾਂ ਵਿੱਚ, ਕਿਉਂਕਿ ਵਾਅਦਾ ਸਦੀਪਕ ਜੀਵਨ ਹੈ, ਇਸ ਲਈ ਅਸੀਂ ਉਹ ਸੰਤਾਨ ਹਾਂ ਜਿਨ੍ਹਾਂ ਨੇ ਸਦੀਪਕ ਜੀਵਨ ਦਾ ਵਾਅਦਾ ਕੀਤਾ ਹੈ, ਜਿਸ ਨੂੰ ਇਸਹਾਕ ਨੇ ਕੀਤਾ ਸੀ। 약속을 받은 자녀 ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। 못하리라 하였느니라. ਇਸ ਲਈ ਹੇ ਭਰਾਵੋ, ਅਸੀਂ ਗੋਲੀ ਦੀ ਨਹੀਂ ਸਗੋਂ ਆਜ਼ਾਦ ਦੀ ਸੰਤਾਨ ਹਾਂ। 뭐라고요? 자녀라 하고 3:26 ਦੇ ਅਨੁਸਾਰ ਆਜ਼ਾਦ ਇਸਤਰੀ ਸਾਡੀ ਸਵਰਗੀ ਮਾਤਾ ਹੈ। 어머니라 하고 되어 있습니다. ਜੋ ਲੋਕ ਸਵਰਗੀ ਮਾਤਾ ਦੀ ਸੰਤਾਨ ਬਣਦੇ ਹਨ, ਉਹ ਵਾਅਦੇ ਦੀ ਸੰਤਾਨ ਬਣ ਜਾਂਦੇ ਹਨ, ਜੋ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਨ। 자녀가 되는 것입니다. ਮੇਫਲਾਈ ਦੇ ਸਿਰਫ ਇੱਕ ਦਿਨ ਜਿਉਣ ਦਾ ਕਾਰਨ ਇਹ ਨਹੀਂ ਹੈ 하루살이가 ਕਿ ਉਹ ਆਲਸੀ ਹੈ ਜਾਂ ਤੰਦਰੁਸਤ ਭੋਜਨ ਖਾਣ ਵਿੱਚ 없는 것을 ਲਾਪਰਵਾਹੀ ਕਰਦੀ ਹੈ। 하루밖에 못 사는 것도 아닙니다. ਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਵਾਅਦੇ ਦੀ ਸੰਤਾਨ ਹਾਂ ਅਤੇ ਸਾਡੇ ਕੋਲ ਸਦੀਪਕ ਜੀਵਨ ਹੈ, 생명에 나아갈 수 있다라고 ਤਦ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਸਾਡੀ ਸਵਰਗੀ ਮਾਤਾ ਕੋਲ ਕਿਸ ਪ੍ਰਕਾਰ ਦਾ ਜੀਵਨ ਹੈ ਜੋ ਸਾਨੂੰ ਸਦੀਪਕ ਜੀਵਨ ਦੀ ਸੰਤਾਨ ਬਣਾਉਂਦਾ ਹੈ। 있는가 말이죠. ਮੰਨ ਲਓ ਕਿ ਕੁੱਤੇ ਲਗਭਗ 15 ਸਾਲ ਜਿਉਂਦੇ ਹਨ ਅਤੇ ਮੇਫਲਾਈ ਲਗਭਗ 1 ਦਿਨ ਜਿਉਂਦੀ ਰਹਿੰਦੀ ਹੈ। 수명 ਆਓ ਮੰਨ ਲਈਏ ਕਿ ਔਸਤ ਮਾਨਵ ਜੀਵਨ ਕਾਲ 100 ਸਾਲ ਹੈ। ਸਾਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਕੀ ਇੰਨੇ ਸਾਰੇ ਜੀਵਨ ਕਾਲ ਨੂੰ ਨਿਰਧਾਰਿਤ ਕਰਦਾ ਹੈ। 의미대로 우리 ਆਪਣੇ ਜੀਵਨ ਕਾਲ ਨੂੰ ਮਨਮਾਨੇ ਢੰਗ ਨਾਲ ਨਹੀਂ ਵਧਾ ਸਕਦੇ। ਅਜਿਹਾ ਇਸ ਲਈ ਹੈ ਕਿਉਂਕਿ ਸਾਰੀਆਂ ਜਿਉਂਦੀਆਂ ਵਸਤੂਆਂ ਆਪਣੀਆਂ ਮਾਤਾਵਾਂ ਤੋਂ ਆਪਣੇ ਜੀਵਨ ਨੂੰ ਵਿਰਾਸਤ ਵਿੱਚ ਪ੍ਰਾਪਤ ਕਰਦੀਆਂ ਹਨ। ਪਰ ਕਿਉਂਕਿ ਪਰਮੇਸ਼ਰ ਨੇ ਸਾਡੇ ਨਾਲ ਇਹ ਕਹਿੰਦੇ ਹੋਏ ਵਾਅਦਾ ਕੀਤਾ ਹੈ, 영원한 생명을 주겠다. ਮੈਂ ਤੁਹਾਨੂੰ ਸਦੀਪਕ ਜੀਵਨ ਦੇਵਾਂਗਾ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਵਰਗੀ ਮਾਤਾ ਨਿਸ਼ਚਿਤ ਰੂਪ ਨਾਲ ਪਰਮੇਸ਼ਰ ਹਨ। ਪਰਮੇਸ਼ਰ ਉਤਪਤੀ ਦੀ ਕਿਤਾਬ ਅਧਿਆਇ 1 ਵਿੱਚ ਪੁਸ਼ਟੀ ਕਰਦੇ ਹਨ ਕਿ ਸਵਰਗੀ ਮਾਤਾ ਪਰਮੇਸ਼ਰ ਹਨ। 사유자니 ਕਿ ਉਹ ਰਸੂਲ ਯਹੂਨਾ ਦੁਆਰਾ ਲਿਖੀ ਗਈ ਪ੍ਰਕਾਸ਼ ਦੀ ਪੋਥੀ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸਵਰਗ ਤੋਂ ਉੱਤਰਦੀ ਯਰੂਸ਼ਲਮ ਸਾਡੀ ਮਾਤਾ ਹੈ। ਸਾਰੇ ਲੋਕੋ, ਹੁਣ ਅਸੀਂ ਸਵਰਗੀ ਪਰਿਵਾਰ ਦਾ ਹਿੱਸਾ ਬਣ ਗਏ ਹਾਂ। 항상 ਜੋ ਪਿਆਰ ਸਵਰਗੀ ਮਾਤਾ ਸਾਡੇ ਸਵਰਗੀ ਪਰਿਵਾਰ ਨਾਲ ਕਰਦੀ ਹੈ, ਮਨੁੱਖੀ ਅੱਖਾਂ ਤੋਂ ਨਹੀਂ ਦੇਖਿਆ ਜਾ ਸਕਦਾ ਜਾਂ ਮਨੁੱਖੀ ਗਿਆਨ ਤੋਂ ਛੂਇਆ ਜਾਂ ਸਮਝਿਆ ਨਹੀਂ ਜਾ ਸਕਦਾ, ਪਰ ਸਾਨੂੰ ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਹੈਲਨ ਕੇਲਰ ਨਾਮ ਦੀ ਇੱਕ ਲੇਖਿਕਾ ਹੈ ਜਿਸ ਨੇ ਕਿਹਾ ਸੀ, ਦੁਨੀਆਂ ਵਿੱਚ ਸਭ ਤੋਂ ਕੀਮਤੀ ਚੀਜ਼ ਉਹ ਹੈ ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, 볼 수 있는 ਨਾ ਕਿ ਉਹ ਜਿਸ ਨੂੰ ਅਸੀਂ ਦੇਖ ਜਾਂ ਛੂ ਸਕਦੇ ਹਾਂ। 소중한 것이라고 그렇게 ਜਦੋਂ ਵਿਦੇਸ਼ੀ ਮੈਂਬਰ ਮਾਤਾ ਨੂੰ ਫੋਨ ਕਰਦੇ ਹਨ, ਤਦ ਮਾਤਾ 성도들은 ਸਭ ਤੋਂ ਜ਼ਿਆਦਾ ਕਹਿੰਦੀ ਹੈ, 그때 제가 가장 ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ 어머니의 전화 내용은 ਅਤੇ ਮੈਨੂੰ love you so much. ਤੁਹਾਡੀ ਬਹੁਤ ਯਾਦ ਆਉਂਦੀ ਹੈ। I miss you so ਮਾਤਾ ਇਹਨਾਂ ਸ਼ਬਦਾਂ ਦਾ ਕਈ ਵਾਰ ਵਰਤੋਂ ਕਰਦੀ ਹੈ। much. 표현을
ਉਹ ਕੋਈ ਹੋਰ ਸ਼ਬਦ ਕਹਿ ਸਕਦੇ ਹਨ, ਪਰ ਉਹ ਹਮੇਸ਼ਾ ਇਹਨਾਂ ਸ਼ਬਦਾਂ ਨੂੰ ਵਿਸ਼ੇਸ਼ ਰੂਪ ਨਾਲ ਕਹਿੰਦੇ ਹਨ। 저 말씀은 꼭 빠뜨리지 않고 늘 이렇게 하시구나. ਇੱਕ ਕੋਰੀਆਈ ਕਵੀ ਨੇ ਕਿਹਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਨੂੰ ਤੁਹਾਡੀ ਯਾਦ ਆਉਂਦੀ ਹੈ। ਤੋਂ ਜ਼ਿਆਦਾ ਛੂਹਣ ਵਾਲਾ ਸ਼ਬਦ ਨਹੀਂ ਹੈ। 가장 평범한 말이지만 ਭਾਵੇਂ ਇਹ ਸਭ ਤੋਂ ਆਮ ਸ਼ਬਦ ਹੈ, ਉਸ ਦੇ ਸ਼ੋਧ ਤੋਂ ਬਾਅਦ ਇਹ ਸਿੱਟਾ ਨਿਕਲਿਆ। ਆਪਣੇ ਮਨ ਦੀ ਗੱਲ ਕਹਿਣ ਦਾ ਇਸ ਤੋਂ ਵਧੀਆ ਤਰੀਕਾ ਹੈ, 이보다 더 애절한 ਉਸ ਨੂੰ ਕੋਈ ਵਧੀਆ ਤਰੀਕਾ ਨਹੀਂ ਮਿਲਿਆ। ਉਸਨੇ ਕਿਹਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਾਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ। 보고 싶습니다 하는 이 ਕਹਿਣ ਤੋਂ ਵਧੀਆ ਕੋਈ ਸਮੀਕਰਨ ਨਹੀਂ ਹੈ। ਮਾਤਾ ਆਪਣੀਆਂ ਸੰਤਾਨਾਂ ਨੂੰ ਇਹ ਸ਼ਬਦ ਕਹਿਣਾ ਕਦੇ ਨਹੀਂ ਭੁੱਲਦੀ। 말씀을 하시기 때문에 ਮੈਨੂੰ ਲੱਗਦਾ ਹੈ ਕਿ ਭਾਵੇਂ ਇਹ ਸ਼ਬਦ ਸਾਧਾਰਨ ਲੱਗਦੇ ਹਨ, 내용이 그리고 ਪਰ ਇਹ ਸਭ ਤੋਂ ਸੋਹਣਾ ਸ਼ਬਦ ਹੈ 그들을 향해서 ਜੋ ਉਹ ਸਾਨੂੰ ਕਹਿੰਦੇ ਹਨ, 세상에 ਜਿਨ੍ਹਾਂ ਨੂੰ ਦੇਖਣ ਲਈ ਉਹ ਲਾਲਸਾ ਰੱਖਦੀ ਹੈ। 어떤가 하는 그런 생각이 듭니다. ਅੱਜ ਦੁਨੀਆ ਭਰ ਵਿੱਚ ਸਿਓਨ ਦੀਆਂ ਸਾਰੀਆਂ ਸੰਤਾਨਾਂ 전 세계 ਸਵਰਗੀ ਮਾਤਾ ਤੋਂ ਸ਼ਕਤੀ ਅਤੇ ਉਤਸ਼ਾਹ ਪ੍ਰਾਪਤ ਕਰਦੇ ਹੋਏ 또 격려를 받으면서 ਸਵਰਗੀ ਸੰਤਾਨਾਂ ਨੂੰ ਲੱਭਣ ਅਤੇ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹਨ। 쏟고 있습니다. ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਦ੍ਰਿੜਤਾ ਨਾਲ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਯਕੀਨੀ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਸਵਰਗੀ ਮਾਤਾ ਹੈ। 건이 해서 우리는 ਸਾਨੂੰ ਹਮੇਸ਼ਾ ਪਰਮੇਸ਼ਰ ਦੇ ਬਚਨ ਵਿੱਚ ਖੁਸ਼ ਅਤੇ ਆਨੰਦਿਤ ਰਹਿਣਾ ਚਾਹੀਦਾ ਹੈ 말씀 안에서 기뻐하고 ਅਤੇ 이 믿음 ਇਸ ਵਿਸ਼ਵਾਸ ਨਾਲ ਕਿ 2022 ਵਿੱਚ ਦੁਨੀਆ ਦੇ ਸਾਰੇ ਲੋਕਾਂ ਨੂੰ ਪਿਤਾ ਅਤੇ ਮਾਤਾ ਦਾ ਪਿਆਰ ਦੇਣਾ ਚਾਹੀਦਾ ਹੈ। ਸਿਓਨ ਵਿੱਚ ਆਓ ਅਸੀਂ ਇੱਕ ਦੂਸਰੇ ਲਈ ਏਕਤਾ, ਸਦਭਾਵਨਾ, ਵਿਚਾਰਸ਼ੀਲਤਾ, ਉਤਸ਼ਾਹ ਅਤੇ ਸਮਰਥਨ ਦਾ ਨਿਰਮਾਣ ਕਰੀਏ। 응원과 ਇਸ ਦੇ ਦੁਆਰਾ ਮੈਂ ਆਸ ਕਰਦਾ ਹਾਂ ਕਿ ਸਵਰਗੀ ਪਰਿਵਾਰ ਦੇ ਸਾਰੇ ਮੈਂਬਰ ਮਾਤਾ ਦਾ ਹੱਥ ਫੜ ਕੇ ਸਾਡੇ ਸਦੀਪਕ ਸਵਰਗੀ ਘਰ ਵਿੱਚ ਮੁੜਾਂਗੇ। 부탁드리겠습니다. ਅਸੀਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਥੱਕ ਚੁੱਕੇ ਹਾਂ, ਪਰ ਆਓ ਅਸੀਂ ਹੌਸਲਾ ਰੱਖੀਏ। 천국이 ਸਵਰਗ ਦਾ ਰਾਜ ਸਾਡੀ ਉਡੀਕ ਕਰ ਰਿਹਾ ਹੈ। ਹੁਣ 우리는 ਅਸੀਂ ਨਿਸ਼ਚਿਤ ਕਦਮ ਚੱਕ ਰਹੇ ਹਾਂ। ਅਜਿਹਾ ਇਸ ਲਈ ਕਿਉਂਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਾਡੇ ਸੱਚੇ ਮੁਕਤੀਦਾਤਾ ਹਨ। 자시기 때문입니다. ਆਸ ਕਰਦੇ ਹੋਏ ਕਿ ਜਦੋਂ ਤੱਕ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਦੇ, ਤਦ ਤੱਕ ਅਸੀਂ ਇਸ ਵਿਸ਼ਵਾਸ ਵਿੱਚ ਦ੍ਰਿੜ ਰਹਾਂਗੇ। 이렇게 갈 수 있는 여러분 ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। 이것으로 ਤੁਹਾਡਾ ਧੰਨਵਾਦ। 감사합니다.